ਬੋਲੋ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੈ। ਅੱਜ ਅਸੀਂ ਭਗਵਾਨ ਬਾਬਾ ਸ਼੍ਰੀ ਚੰਦ ਜੀ ਨਾਲ ਸੰਬੰਧਿਤ ਇੱਕ ਹੋਰ ਸਾਖੀ ਦੱਸਣ ਜਾ ਰਹੇ ਹਾਂ। ਇਸ ਸਾਖੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਇੱਕ ਦ੍ਰਿਸ਼ਟਾਂਤ ਦੇ ਰਾਹੀਂ ਸੰਗਤਾਂ ਨੂੰ ਦੱਸਿਆ ਕਿ ਭਗਵਾਨ ਆਪਣੇ ਭਗਤਾਂ ਦੇ ਕਿਸ ਤਰ੍ਹਾਂ ਵੱਸ ਹੁੰਦਾ ਹੈ ਅਤੇ ਭਗਵਾਨ ਆਪਣੇ ਭਗਤਾਂ ਦੀ ਰੱਖਿਆ ਕਰਨ ਲਈ ਕਿਵੇਂ ਆਪ ਪ੍ਰਗਟ ਹੋ ਜਾਂਦੇ ਹਨ। ਇੱਕ ਦਿਨ ਭਗਵਾਨ ਬਾਬਾ ਸ਼੍ਰੀ ਚੰਦ ਜੀ ਕਾਦਰਾਬਾਦ ਦੇ ਜੰਗਲਾਂ ਵਿੱਚ ਆਏ ਹੋਏ ਸਨ ਤਾਂ ਉਹਨਾਂ ਨੇ ਇੱਕ ਚੰਗੀ ਜਗ੍ਹਾ ਦੇਖ ਕੇ ਧਰਮ ਦਾ ਉਪਦੇਸ਼ ਦੇਣਾ ਸੰਗਤਾਂ ਨੂੰ ਸ਼ੁਰੂ ਕੀਤਾ। ਉੱਥੇ ਇੱਕ ਜਗਿਆਸੂ ਬੈਠਾ ਹੋਇਆ ਸੀ ਜਿਸ ਨੇ ਬਾਬਾ ਸ਼੍ਰੀ ਚੰਦ ਜੀ ਦੇ ਅੱਗੇ ਬੇਨਤੀ ਕੀਤੀ ਕਿ ਮਹਾਰਾਜ, ਸਾਡੇ ਕੁਝ ਸ਼ੰਕੇ ਹਨ, ਉਹਨਾਂ ਨੂੰ ਦੂਰ ਕਰਨ ਦੀ ਕਿਰਪਾਲਤਾ ਕਰੋ। ਉਸ ਸੇਵਕ ਨੇ ਬਾਬਾ ਸ਼੍ਰੀ ਚੰਦ ਜੀ ਦੇ ਅੱਗੇ ਅਰਦਾਸ ਕੀਤੀ ਕਿ ਹੇ ਮਹਾਰਾਜ, ਕਲਯੁੱਗ ਵਿੱਚ ਵੀ ਕਈ ਸੇਵਕਾਂ ਨੇ ਭਗਵਾਨ ਦੀ ਆਰਾਧਨਾ ਸੱਚੇ ਮਨ ਨਾਲ ਕੀਤੀ ਹੈ, ਪਰ ਮੈਂ ਨਹੀਂ ਸੁਣਿਆ ਅਜੇ ਤੱਕ ਕਿ ਭਗਵਾਨ ਜੀ ਪ੍ਰਗਟ ਹੋਏ ਹਨ। ਭਗਵਾਨ ਜੀ ਕਲਯੁੱਗ ਵਿੱਚ ਪ੍ਰਗਟ ਕਿਉਂ ਨਹੀਂ ਹੁੰਦੇ ਆਪਣੇ ਭਗਤ ਦੇ ਸਾਹਮਣੇ? ਕਿਰਪਾ ਕਰਕੇ ਮੈਨੂੰ ਇਸ ਬਾਰੇ ਜਾਣਕਾਰੀ ਦਿਓ ਅਤੇ ਮੇਰੇ ਮਨ ਨੂੰ ਸ਼ਾਂਤ ਕਰੋ ਤਾਂ ਕਿ ਮੈਂ ਆਪਣੇ ਸ਼ੰਕੇ ਦੂਰ ਕਰ ਸਕਾਂ। ਤਦ ਭਗਵਾਨ ਜੀ ਨੇ ਕਿਹਾ ਕਿ ਪ੍ਰਭੂ ਪਰਮਾਤਮਾ ਤਾਂ ਹਰ ਜਗ੍ਹਾ ਉੱਤੇ ਰਸਿਆ ਵਸਿਆ ਹੋਇਆ ਹੈ। ਉਹ ਜੁਗੋ ਜੁਗ ਅਟਲ ਸੀ ਅਤੇ ਜੁਗੋ ਜੁਗ ਅਟਲ ਹੈ ਅਤੇ ਜੁਗੋ ਜੁਗ ਅਟਲ ਰਹੇਗਾ। ਜਦ ਕੋਈ ਵੀ ਸੇਵਕ ਪੂਰੀ ਸ਼ਰਧਾ ਤੇ ਵਿਸ਼ਵਾਸ ਨਾਲ ਭਗਵਾਨ ਨੂੰ ਯਾਦ ਕਰਦਾ ਹੈ ਤਾਂ ਭਗਵਾਨ ਆਪਣੇ ਸੇਵਕ ਦੇ ਅੰਗ ਸੰਗ ਰਹਿੰਦੇ ਹਨ। ਉਸ ਨੂੰ ਕੋਈ ਵੀ ਸੰਕਟ ਨਹੀਂ ਆਉਣ ਦਿੰਦੇ। ਲੋੜ ਪੈਣ ਤੇ ਉਸ ਨੂੰ ਦਰਸ਼ਨ ਦੇ ਕੇ ਉਸ ਦੀ ਰੱਖਿਆ ਕਰਦੇ ਹਨ। ਸਾਰੇ ਕਾਰਜ ਆਪ ਭਗਵਾਨ ਕਰਦੇ ਹਨ ਜੋ ਸੱਚੇ ਮਨ ਨਾਲ ਭਗਵਾਨ ਨੂੰ ਯਾਦ ਕਰਦੇ ਹਨ। ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਇੱਕ ਕਥਾ ਸੁਣਾਉਣੀ ਸ਼ੁਰੂ ਕੀਤੀ। ਭਗਵਾਨ ਜੀ ਨੇ ਕਿਹਾ ਕਿ ਇੱਕ ਵਾਰ ਦੋ ਬ੍ਰਾਹਮਣ ਸਨ। ਇੱਕ ਦੀ ਉਮਰ ਵੱਡੀ ਸੀ ਅਤੇ ਇੱਕ ਛੋਟਾ ਬੱਚਾ ਸੀ। ਦੋਵੇਂ ਤੀਰਥ ਯਾਤਰਾ ਲਈ ਚੱਲ ਪਏ। ਦੋਵੇਂ ਚਲਦੇ ਚਲਦੇ ਬ੍ਰਿੰਦਾਵਨ ਪਹੁੰਚ ਗਏ। ਜੋ ਵੱਡਾ ਬ੍ਰਾਹਮਣ ਸੀ ਉਹ ਇੱਕ ਦਿਨ ਬਿਮਾਰ ਪੈ ਗਿਆ। ਛੋਟੇ ਬ੍ਰਾਹਮਣ ਨੇ ਉਸ ਦੀ ਦਿਲ ਜਾਨ ਤੋਂ ਸੇਵਾ ਕੀਤੀ। ਇਸੇ ਤਰ੍ਹਾਂ ਕਈ ਦਿਨ ਉਹ ਉਸ ਦੀ ਸੇਵਾ ਕਰਦਾ ਰਿਹਾ। ਤਦ ਉਸ ਦੀ ਮਿਹਨਤ ਦੇ ਸਦਕਾ ਬ੍ਰਾਹਮਣ ਠੀਕ ਹੋ ਗਿਆ। ਜਦੋਂ ਉਹ ਬ੍ਰਾਹਮਣ ਜੋ ਵੱਡੀ ਉਮਰ ਵਾਲਾ ਸੀ ਉਹ ਠੀਕ ਹੋਇਆ ਤਾਂ ਉਸਨੇ ਛੋਟੇ ਬ੍ਰਾਹਮਣ ਨੂੰ ਕਿਹਾ ਕਿ ਮੈਂ ਤੇਰੀ ਸੇਵਾ ਤੋਂ ਬਹੁਤ ਜ਼ਿਆਦਾ ਪ੍ਰਸੰਨ ਹਾਂ। ਮੈਂ ਤੈਨੂੰ ਕੁਝ ਦੇਣਾ ਚਾਹੁੰਦਾ ਹਾਂ। ਮੈਂ ਆਪਣੀ ਲੜਕੀ ਦਾ ਵਿਆਹ ਤੇਰੇ ਨਾਲ ਕਰਾਂਗਾ। ਛੋਟੇ ਬ੍ਰਾਹਮਣ ਨੇ ਕਿਹਾ ਕਿ ਮਹਾਰਾਜ, ਮੈਨੂੰ ਇੱਛਾ ਤਾਂ ਨਹੀਂ ਹੈ, ਪਰ ਤੁਸੀਂ ਮੈਨੂੰ ਬਚਨ ਕੀਤਾ ਹੈ, ਮੈਂ ਤੁਹਾਡੀ ਆਗਿਆ ਦਾ ਪਾਲਣ ਜ਼ਰੂਰ ਕਰਾਂਗਾ। ਮੈਂ ਤੁਹਾਡੀ ਲੜਕੀ ਦਾ ਰਿਸ਼ਤਾ ਸਵੀਕਾਰ ਕਰਦਾ ਹਾਂ, ਪਰ ਮੇਰੇ ਮਨ ਵਿੱਚ ਇੱਕ ਸ਼ੰਕਾ ਹੈ, ਜਿਸ ਨੂੰ ਦੂਰ ਕਰੋ। ਵੱਡੀ ਉਮਰ ਦੇ ਬ੍ਰਾਹਮਣ ਨੇ ਕਿਹਾ ਕਿ ਦੱਸੋ, ਜੋ ਵੀ ਸ਼ੰਕਾ ਹੈ ਬਿਨਾਂ ਝਿਜਕ ਦੇ ਦੱਸੋ। ਛੋਟੇ ਬ੍ਰਾਹਮਣ ਨੇ ਕਿਹਾ ਕਿ ਤੁਸੀਂ ਰਿਸ਼ਤਾ ਤਾਂ ਕਰ ਦਿੱਤਾ ਹੈ, ਪਰ ਕੋਈ ਵਿਚੋਲਾ ਵੀ ਜ਼ਰੂਰ ਰੱਖੋ, ਕਿਉਂਕਿ ਕੁਝ ਸਮੇਂ ਬਾਅਦ ਜੇ ਤੁਸੀਂ ਮੁੱਕਰ ਗਏ ਤਾਂ ਮੈਂ ਕਿਸ ਨੂੰ ਪੁੱਛਾਂਗਾ। ਵੱਡੇ ਬ੍ਰਾਹਮਣ ਨੇ ਉਸ ਨੂੰ ਨਾਲ ਲੈ ਕੇ ਕ੍ਰਿਸ਼ਨ ਜੀ ਦੇ ਮੰਦਰ ਅੱਗੇ ਖੜੇ ਹੋ ਗਏ ਅਤੇ ਕਿਹਾ, ਇਸ ਰਿਸ਼ਤੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਗਵਾਹ ਹਨ। ਇਸ ਤਰ੍ਹਾਂ ਰਿਸ਼ਤਾ ਪੱਕਾ ਹੋ ਗਿਆ। ਦੋਵੇਂ ਬ੍ਰਾਹਮਣ ਵਾਪਸ ਆਪਣੇ ਪਿੰਡ ਨੂੰ ਆ ਗਏ।
ਵੱਡੇ ਬ੍ਰਾਹਮਣ ਦਾ ਪਿੰਡ ਜਗਨਨਾਥ ਦੇ ਪਾਸ ਹੀ ਸੀ। ਘਰ ਜਾ ਕੇ ਉਸਨੇ ਆਪਣੀ ਪਤਨੀ ਅਤੇ ਬੇਟੇ ਨੂੰ ਦੱਸਿਆ ਕਿ ਮੈਂ ਆਪਣੀ ਲੜਕੀ ਦਾ ਰਿਸ਼ਤਾ ਇਸ ਬ੍ਰਾਹਮਣ ਨਾਲ ਕਰ ਦਿੱਤਾ ਹੈ। ਪਰ ਉਸ ਦੀ ਪਤਨੀ ਅਤੇ ਬੇਟਾ ਨਾ ਮੰਨੇ। ਉਹਨਾਂ ਨੇ ਕਿਹਾ ਕਿ ਅਸੀਂ ਤਾਂ ਬ੍ਰਾਹਮਣ ਨੂੰ ਜਾਣਦੇ ਨਹੀਂ, ਅਸੀਂ ਕਿਸ ਤਰ੍ਹਾਂ ਰਿਸ਼ਤਾ ਕਰ ਸਕਦੇ ਹਾਂ। ਉਸ ਵੱਡੇ ਬ੍ਰਾਹਮਣ ਦੀ ਉਸ ਦੇ ਘਰ ਵਾਲਿਆਂ ਨੇ ਨਾ ਮੰਨੀ। ਫਿਰ ਉਹ ਕੀ ਕਰ ਸਕਦਾ ਸੀ। ਉਹ ਵੀ ਫਿਰ ਕਹਿਣ ਲੱਗਾ ਕਿ ਮੈਂ ਰਿਸ਼ਤਾ ਕਿਵੇਂ ਕਰ ਸਕਦਾ ਹਾਂ। ਇਸ ਤਰ੍ਹਾਂ ਉਸ ਵੱਡੇ ਬ੍ਰਾਹਮਣ ਦੀ ਗੱਲ ਮੰਨੀ ਨਾ ਗਈ। ਛੋਟੇ ਬ੍ਰਾਹਮਣ ਨੇ ਕਿਹਾ ਕਿ ਆਪਣੀ ਲੜਕੀ ਦਾ ਰਿਸ਼ਤਾ ਮੇਰੇ ਨਾਲ ਕੀਤਾ ਸੀ, ਪਰ ਹੁਣ ਮੁੱਕਰ ਕਿਉਂ ਰਹੇ ਹੋ। ਵੱਡੇ ਪੰਡਤ ਨੇ ਕਿਹਾ ਕਿ ਮੈਂ ਕੀ ਕਰਾਂ, ਮੇਰੇ ਘਰ ਵਾਲੇ ਨਹੀਂ ਮੰਨ ਰਹੇ। ਇਸ ਲਈ ਉਹ ਬ੍ਰਾਹਮਣ ਵੀ ਮੁੱਕਰ ਗਿਆ। ਛੋਟੇ ਬ੍ਰਾਹਮਣ ਨੇ ਪੰਚਾਇਤ ਬੁਲਾ ਲਈ। ਉਸਨੇ ਪੰਚਾਇਤ ਅੱਗੇ ਕਿਹਾ ਕਿ ਇਸ ਬ੍ਰਾਹਮਣ ਨੇ ਆਪਣੀ ਲੜਕੀ ਦਾ ਰਿਸ਼ਤਾ ਮੇਰੇ ਨਾਲ ਕੀਤਾ ਸੀ, ਪਰ ਹੁਣ ਮੁੱਕਰ ਰਿਹਾ ਹੈ। ਪੰਚਾਇਤ ਨੇ ਕਿਹਾ ਕਿ ਤੂੰ ਦੱਸ, ਅਸੀਂ ਫੈਸਲਾ ਤੇਰੇ ਹੱਕ ਵਿੱਚ ਸੁਣਾ ਸਕਦੇ ਹਾਂ, ਪਰ ਤੂੰ ਕੋਈ ਗਵਾਹ ਦੱਸ ਜਿਸ ਦੇ ਸਾਹਮਣੇ ਪੰਡਤ ਨੇ ਕਿਹਾ ਸੀ ਕਿ ਮੈਂ ਆਪਣੀ ਲੜਕੀ ਦਾ ਰਿਸ਼ਤਾ ਤੇਰੇ ਨਾਲ ਕਰਾਂਗਾ। ਤਦ ਛੋਟੇ ਬ੍ਰਾਹਮਣ ਨੇ ਕਿਹਾ ਕਿ ਮੇਰੇ ਗਵਾਹ ਸ਼੍ਰੀ ਕ੍ਰਿਸ਼ਨ ਜੀ ਹਨ। ਤਾਂ ਪੰਚਾਇਤ ਨੇ ਕਿਹਾ ਕਿ ਉਹ ਕਿਵੇਂ ਗਵਾਹੀ ਦੇ ਸਕਦੇ ਹਨ, ਇਹ ਰਿਸ਼ਤਾ ਨਹੀਂ ਹੋ ਸਕਦਾ। ਇਹ ਗੱਲ ਸੁਣ ਕੇ ਬ੍ਰਾਹਮਣ ਬ੍ਰਿੰਦਾਵਨ ਆ ਗਿਆ ਅਤੇ ਆ ਕੇ ਕ੍ਰਿਸ਼ਨ ਜੀ ਦੇ ਮੰਦਰ ਅੱਗੇ ਨਿਸ਼ਚਾ ਕਰਕੇ 3 ਦਿਨ ਅਡੋਲ ਖੜਾ ਰਿਹਾ। ਜਦ ਉਸ ਦੀ ਭਗਤੀ ਭਗਵਾਨ ਜੀ ਨੇ ਦੇਖੀ ਤਾਂ ਉਹ ਬੋਲੇ, ਅਸੀਂ ਤੇਰੀ ਭਗਤੀ ਤੋਂ ਪ੍ਰਸੰਨ ਹਾਂ, ਪਰ ਮੂਰਤੀਆਂ ਚੱਲ ਨਹੀਂ ਸਕਦੀਆਂ, ਅਸੀਂ ਤੇਰੀ ਗਵਾਹੀ ਦੇਣ ਵਾਸਤੇ ਕਿਵੇਂ ਆ ਸਕਦੇ ਹਾਂ। ਬ੍ਰਾਹਮਣ ਨੇ ਕਿਹਾ ਕਿ ਜੇ ਮੂਰਤੀਆਂ ਚੱਲ ਨਹੀਂ ਸਕਦੀਆਂ ਤਾਂ ਮੂਰਤੀਆਂ ਬੋਲ ਵੀ ਨਹੀਂ ਸਕਦੀਆਂ। ਤੁਸੀਂ ਤਾਂ ਬੋਲ ਰਹੇ ਹੋ, ਇਸ ਤਰ੍ਹਾਂ ਤੁਸੀਂ ਮੇਰੇ ਨਾਲ ਚੱਲ ਵੀ ਸਕਦੇ ਹੋ। ਭਗਵਾਨ ਜੀ ਨੇ ਹੱਸ ਕੇ ਕਿਹਾ ਕਿ ਅਸੀਂ ਤੁਹਾਡੇ ਨਾਲ ਜ਼ਰੂਰ ਚੱਲਾਂਗੇ, ਤੁਸੀਂ ਅੱਗੇ ਅੱਗੇ ਚੱਲੋ, ਅਸੀਂ ਤੁਹਾਡੇ ਪਿੱਛੇ ਪਿੱਛੇ ਆਉਂਦੇ ਹਾਂ, ਪਰ ਇੱਕ ਸ਼ਰਤ ਹੈ, ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ। ਜੇਕਰ ਤੁਸੀਂ ਪਿੱਛੇ ਮੁੜ ਕੇ ਦੇਖਿਆ ਅਸੀਂ ਉੱਥੇ ਹੀ ਖੜੇ ਹੋ ਜਾਵਾਂਗੇ। ਇਸੇ ਤਰ੍ਹਾਂ ਛੋਟਾ ਬ੍ਰਾਹਮਣ ਚੱਲ ਪਿਆ, ਮੂਰਤੀਆਂ ਪਿੱਛੇ ਪਿੱਛੇ ਚੱਲ ਪਈਆਂ। ਜਦੋਂ ਉਹ ਪਿੰਡ ਦੇ ਕੋਲ ਪਹੁੰਚਿਆ ਤਾਂ ਬ੍ਰਾਹਮਣ ਦੇ ਮਨ ਵਿੱਚ ਵਿਚਾਰ ਆਇਆ ਕਿ ਭਗਵਾਨ ਮੇਰੇ ਪਿੱਛੇ ਆ ਵੀ ਰਹੇ ਹਨ ਕਿ ਜਾਂ ਨਹੀਂ। ਜਦ ਪੰਡਤ ਨੇ ਪਿੱਛੇ ਮੁੜ ਕੇ ਦੇਖਿਆ, ਕ੍ਰਿਸ਼ਨ ਜੀ ਮਹਾਰਾਜ ਦੀ ਮੂਰਤੀ ਉੱਥੇ ਹੀ ਖੜੀ ਹੋ ਗਈ। ਭਗਵਾਨ ਬਾਬਾ ਸ਼੍ਰੀ ਚੰਦ ਜੀ ਨੇ ਅੱਗੋਂ ਕਿਹਾ ਕਿ ਉਹ ਬ੍ਰਾਹਮਣ ਨਗਰ ਵਿੱਚ ਉਸ ਸਮੇਂ ਗਿਆ ਅਤੇ ਪੰਚਾਇਤ ਨੂੰ ਜਾ ਕੇ ਕਿਹਾ ਕਿ ਬ੍ਰਿੰਦਾਵਨ ਤੋਂ ਭਗਵਾਨ ਚੱਲ ਕੇ ਮੇਰੇ ਨਾਲ ਆਏ ਹਨ, ਉਹਨਾਂ ਨੂੰ ਜਾ ਕੇ ਪੁੱਛੋ ਕਿ ਬ੍ਰਾਹਮਣ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਮੇਰੇ ਨਾਲ ਕੀਤਾ ਸੀ। ਪੰਚਾਇਤ ਉਸ ਨਾਲ ਚੱਲ ਪਈ। ਜਦ ਉਹ ਪਿੰਡ ਤੋਂ ਬਾਹਰ ਪਹੁੰਚੇ ਤਾਂ ਮੂਰਤੀਆਂ ਉੱਥੇ ਹੀ ਖੜੀਆਂ ਸਨ। ਲੋਕ ਬਹੁਤ ਜ਼ਿਆਦਾ ਹੈਰਾਨ ਹੋਏ। ਪੰਚਾਇਤ ਨੇ ਛੋਟੇ ਬ੍ਰਾਹਮਣ ਨੂੰ ਕਿਹਾ ਕਿ ਦੱਸ, ਹੁਣ ਕੀ ਕ੍ਰਿਸ਼ਨ ਜੀ ਬੋਲਣਗੇ? ਤਾਂ ਪੰਡਤ ਨੇ ਕਿਹਾ ਕਿ ਜ਼ਰੂਰ ਬੋਲਣਗੇ। ਜਦੋਂ ਪੰਡਤ ਨੇ ਮੂਰਤੀਆਂ ਦੇ ਸਾਹਮਣੇ ਅਰਦਾਸ ਕੀਤੀ ਕਿ ਦੱਸੋ ਮਹਾਰਾਜ ਕਿ ਇਸ ਪੰਡਤ ਨੇ ਮੇਰੇ ਸਾਹਮਣੇ ਆਪਣੀ ਪੁੱਤਰੀ ਦਾ ਵਿਆਹ ਮੇਰੇ ਨਾਲ ਜੋੜਿਆ ਸੀ, ਤਦ ਉਸੇ ਸਮੇਂ ਮੂਰਤੀਆਂ ਦੇ ਵਿੱਚੋਂ ਆਵਾਜ਼ ਆਈ ਕਿ ਹਾਂ, ਇਸ ਪੰਡਤ ਨੇ ਸਾਡੇ ਸਾਹਮਣੇ ਹੀ ਆਪਣੀ ਪੁੱਤਰੀ ਦਾ ਰਿਸ਼ਤਾ ਇਸ ਬ੍ਰਾਹਮਣ ਨਾਲ ਜੋੜਿਆ ਸੀ। ਪੰਚਾਇਤ ਬਹੁਤ ਜ਼ਿਆਦਾ ਹੈਰਾਨ ਹੋਈ। ਪੰਚਾਇਤ ਨੇ ਹੁਣ ਉਸ ਬ੍ਰਾਹਮਣ ਦੀ ਲੜਕੀ ਦਾ ਰਿਸ਼ਤਾ
ਛੋਟੇ ਬ੍ਰਾਹਮਣ ਨਾਲ ਜੋੜ ਦਿੱਤਾ, ਭਾਵ ਕਰ ਦਿੱਤਾ। ਲੋਕ ਬਹੁਤ ਜ਼ਿਆਦਾ ਹੈਰਾਨ ਸਨ। ਛੋਟੇ ਬ੍ਰਾਹਮਣ ਦੀ ਸ਼ਰਧਾ ਦੇਖ ਕੇ ਸਾਰੇ ਲੋਕ ਹੈਰਾਨ ਸਨ। ਸਾਰੇ ਨਗਰ ਨਿਵਾਸੀ ਉਸ ਪੰਡਤ ਨੂੰ ਨਮਸਕਾਰ ਕਰਨ ਲਈ ਆਉਣ ਲੱਗ ਪਏ, ਜਿਸ ਦੀ ਗਵਾਹੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਬ੍ਰਿੰਦਾਵਨ ਤੋਂ ਚੱਲ ਕੇ ਆਏ ਸਨ। ਲੋਕਾਂ ਨੇ ਉਸ ਦੀ ਪ੍ਰਭੂ ਭਗਤੀ ਦੇਖ ਕੇ ਬਹੁਤ ਜ਼ਿਆਦਾ ਪ੍ਰਸੰਨ ਹੋਏ। ਉਹ ਮੂਰਤੀ ਭਗਵਾਨ ਜੀ ਦੀ 4 ਕੋਹ ਦੂਰ ਉੱਤੇ ਅੱਜ ਵੀ ਸਥਿਤ ਹੈ। ਲੋਕ ਦਰਸ਼ਨ ਕਰਨ ਲਈ ਆਉਂਦੇ ਹਨ। ਜਿਸ ਜਗ੍ਹਾ 'ਤੇ ਮੂਰਤੀ ਠਹਿਰੀ ਸੀ, ਉਹ ਉੱਥੇ ਅੱਜ ਹੀ ਬਿਰਾਜਮਾਨ ਹੈ। ਭਗਵਾਨ ਬਾਬਾ ਸ਼੍ਰੀ ਚੰਦ ਜੀ ਨੇ ਅੱਗੋਂ ਕਿਹਾ ਕਿ ਜਿਵੇਂ ਵੱਛੇ ਦੇ ਪਿੱਛੇ ਗਾਂ ਫਿਰਦੀ ਰਹਿੰਦੀ ਹੈ ਮਮਤਾ ਦੇ ਕਰਕੇ, ਉਸੇ ਤਰ੍ਹਾਂ ਭਗਵਾਨ ਆਪਣੇ ਭਗਤਾਂ ਦੇ ਪਿੱਛੇ ਪਿੱਛੇ ਤੁਰਦਾ ਫਿਰਦਾ ਰਹਿੰਦਾ ਹੈ। ਭਗਵਾਨ ਜੀ ਉੱਤੇ ਸ਼ਰਧਾ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਪਿਛਲੇ ਯੁੱਗਾਂ ਵਾਂਗੂ ਕਲ ਯੁੱਗ ਵਿੱਚ ਵੀ ਭਗਵਾਨ ਪ੍ਰਤੱਖ ਹੋ ਜਾਂਦੇ ਹਨ, ਬਸ ਸ਼ਰਧਾ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਸੰਗਤਾਂ ਦੀਆਂ ਸ਼ੰਕਾਵਾਂ ਦੂਰ ਕਰਦੇ ਹੋਏ ਕਥਾ ਦੀ ਸਮਾਪਤੀ ਕੀਤੀ। ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਸੰਗਤਾਂ ਨੂੰ ਕਿਹਾ ਕਿ ਜੇਕਰ ਸੱਚੇ ਮਨ ਦੇ ਨਾਲ ਪ੍ਰਭੂ ਉੱਪਰ ਵਿਸ਼ਵਾਸ ਕੀਤਾ ਜਾਵੇ ਤਾਂ ਪ੍ਰਭੂ ਪ੍ਰਸੰਨ ਹੋ ਕੇ ਆਪਣੇ ਭਗਤ ਦੀ ਰੱਖਿਆ ਕਰਦੇ ਹਨ, ਹਰ ਸੰਕਟ ਤੋਂ, ਹਰ ਵਿਪਤਾ ਤੋਂ ਬਚਾਉਂਦੇ ਹਨ। ਜਿਵੇਂ ਮਾਂ ਆਪਣੇ ਬੱਚੇ ਨਾਲ ਪਿਆਰ ਕਰਦੀ ਹੈ, ਪ੍ਰਭੂ ਪਰਮਾਤਮਾ ਵੀ ਆਪਣੇ ਬੱਚੇ ਨਾਲ ਪਿਆਰ ਕਰਦੇ ਹਨ। ਬਸ ਉਸ ਨੂੰ ਯਾਦ ਕਰਨ ਦਾ ਸਮਾਂ ਸਾਡੇ ਕੋਲ ਹੋਣਾ ਚਾਹੀਦਾ ਹੈ। ਭਗਵਾਨ ਅੰਗ ਸੰਗ ਰਹਿੰਦੇ ਹਨ ਅਤੇ ਆਪਣੇ ਭਗਤ ਦੀ ਰੱਖਿਆ ਕਰਦੇ ਹਨ। ਕਲ ਯੁੱਗ ਵਿੱਚ ਵੀ ਭਗਵਾਨ ਆਪਣੇ ਭਗਤ ਦੀ ਰੱਖਿਆ ਕਰਨ ਵਾਸਤੇ ਪ੍ਰਤੱਖ ਹੋ ਕੇ ਰੱਖਿਆ ਕਰਦੇ ਹਨ, ਅੰਗ ਸੰਗ ਸਹਾਈ ਹੋ ਕੇ ਹਰ ਸਮੇਂ ਹਰ ਵਿਪਤਾ ਤੋਂ ਆਪਣੇ ਭਗਤ ਦੀ ਰੱਖਿਆ ਕਰਦੇ ਹਨ। ਬੋਲੋ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੈ। ਬੋਲੋ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੈ। ਬੋਲੋ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੈ। ਜੁਗੋ ਜੁਗ ਅਟਲ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੈ। ਮੇਰ ਕਰੋ ਮੇਰਾਂ ਦੇ ਸਾਈਂ, ਸੁਖ ਵਰਸਾਇਓ ਦਾਤਾ ਜੀ। ਬੋਲੋ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੈ।